पूरा एक सिस्टमैटिक एक दौर हैगा ਜਿਹਦੇ ਵਿੱਚ ਡਿਸਕ੍ਰਿਮੀਨੇਸ਼ਨ ਜਿਹੜਾ ਹੈਗਾ ਹਰ ਇੱਕ ਲੈਵਲ ਤੇ ਹੁੰਦਾ। ਮੇਰਾ ਨਿੱਜੀ ਅਨੁਭਵ ਇਹ ਹੈਗਾ ਕਿ ਐਂ ਲੱਗਦਾ ਜਿਵੇਂ ਨਾ ਵਾਈਸ ਚਾਂਸਲਰ ਨੂੰ ਜਾਂ ਹੋਰ ਜਿਹੜੇ ਵੱਡੀ ਅਥਾਰਟੀਆਂ ਹੁੰਦੀਆਂ ਨੇ ਉਹਨਾਂ ਨੂੰ ਖਾਸ ਹਦਾਇਤਾਂ ਹੁੰਦੀਆਂ ਵੀ ਇਹਨਾਂ ਨੂੰ ਜਿੰਨਾ ਤੰਗ ਕੀਤਾ ਜਾਵੇ, ਜਿੰਨਾ ਇਹ ਆਪਣੇ ਆਪ ਹੀ ਐਕਸਕਲੂਡ ਹੁੰਦੇ ਜਾਣ ਤੇ ਉਹ ਹੋ ਜਾਣ। ਘੱਟੋ ਘੱਟ ਇੰਨਾ ਐਸਟੈਬਲਿਸ਼ ਹੋ ਸਕਿਆ ਉਹਦੇ ਨਾਲ ਕਿ ਇਹ ਇੰਸਟੀਚਿਊਟ ਦੇ ਵਿੱਚ ਵੀ ਜਾਤ ਪਾਤ ਹੈ। ਹੁੰਦਾ ਕਹਿੰਦੇ ਕਿ ਉਹਨਾਂ ਨੂੰ ਅਚਾਨਕ ਜਿਹੜੀ ਹੈ ਹਵਾ ਲੱਗ ਜਾਂਦੀ ਹੈ ਤੇ ਉਹ ਕੁੜੀਆਂ ਦੇ ਪਿੱਛੇ ਲੱਗ ਜਾਂਦੇ ਨੇ ਤੇ ਪੜ੍ਹਾਈ ਵੱਲੋਂ ਧਿਆਨ ਹਟ ਜਾਂਦਾ ਉਹਨਾਂ ਦਾ। ਇਹ ਦੋਨੇ ਹੀ ਸਰਾਸਰ ਦਰਅਸਲ ਗਲਤ ਹੈਗੇ। ਜਿਹੜੀ ਤੁਸੀਂ ਰਿਸਰਚ ਕੀਤੀ ਉਹਦੇ ਵਿੱਚ ਕਾਰਨ ਕੀ ਨਜ਼ਰ ਆਇਆ ਕਿ ਵਿਦਿਆਰਥੀ ਖੁਦਕੁਸ਼ੀ ਕਰ ਕਿਉਂ ਰਹੇ ਸੀ ਖਾਸ ਕਰਕੇ? ਬਾਲਮੁਕੁੰਦ ਭਾਰਤੀ ਜਦੋਂ ਆਪਣੇ ਕਲਾਸ 'ਚ ਬੈਠੇ ਸੀਗੇ ਤਾਂ ਉਹਨਾਂ ਨੂੰ ਕਿਹਾ ਗਿਆ, ਕਹਿੰਦਾ ਕਿ ਤੂੰ ਰਿਜ਼ਰਵੇਸ਼ਨ ਤੋਂ ਆਇਆ, ਕਹਿੰਦਾ ਤੂੰ ਆ ਤਾਂ ਗਿਆ, ਕਹਿੰਦਾ ਤੈਨੂੰ ਡਿਗਰੀ ਲੈ ਕੇ ਜਾਣ ਨਹੀਂ ਦੇਣਾ ਮੈਂ। ਜਦੋਂ ਤੁਹਾਡਾ ਪ੍ਰੋਫੈਸਰ ਇਹ ਕਹਿੰਦਾ ਉਹਦੇ ਮਾਂ-ਬਾਪ ਨੇ ਇਹ ਗੱਲ ਆਖੀ ਹੈ ਕਿ ਬਾਲਮੁਕੁੰਦ ਘਰ ਆ ਕੇ ਰੋਂਦਾ ਸੀਗਾ ਤੇ ਮੈਨੂੰ ਇਹ ਤੰਗ ਕਰਦਾ। ਉਹ ਬੰਦਾ ਅੱਜ ਵੀ ਬੈਠਾ ਉੱਥੇ। ਤੁਸੀਂ ਰੋਹਿਤ ਵਰਮੂਲਾ ਦੇ ਕੇਸ ਦੇ ਵਿੱਚ ਲਓ, ਸਾਰੀ ਚੀਜ਼ਾਂ ਸਾਬਤ ਹੋ ਗਈਆਂ, ਲੇਕਿਨ ਉਹਨਾਂ ਨੂੰ ਇੱਕਦਮ ਰਿਵਰਸ ਤਰੀਕੇ ਦੇ ਨਾਲ ਉਹਨਾਂ ਨੇ ਉਹ ਕੀਤਾ। ਵੀਸੀ ਵੀ ਉੱਥੇ ਹੀ ਹੈ, ਠੀਕ ਹੈ। ਸਮ੍ਰਿਤੀ ਇਰਾਨੀ ਉਸ ਟਾਈਮ ਦੇ ਵਿੱਚ ਐਮਐਚਆਰਡੀ ਬਾਅਦ 'ਚ ਉਹਨੂੰ ਸ਼ਾਇਦ ਟੈਕਸਟਾਈਲ ਦਾ ਦੇਤਾ। ਯਾਨੀ ਕਿ ਛੋਟੀ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਬਰਖਾਸਤ ਨਹੀਂ ਕੀਤਾ, ਉਹਨਾਂ ਦੇ ਉੱਤੇ ਕੋਈ ਉਹ ਨਹੀਂ ਹੈਗਾ, ਠੀਕ ਹੈ। ਦੁਨੀਆ ਜਾਣਦੀ ਹੈ ਪਿੱਛੇ ਸੋਚ ਕਿਹੜੀ ਕੰਮ ਕਰ ਰਹੀ ਹੈ ਜਿਹੜੀ ਨਹੀਂ ਚਾਹੁੰਦੀ ਕਿ ਐਸਸੀ ਵਿਦਿਆਰਥੀ ਜਿਹੜਾ ਹੈਗਾ ਉਹ ਵੀ ਪੜ੍ਹ ਲਿਖ ਜਾਵੇ, ਉਹ ਅੱਗੇ ਵੱਧ ਜਾਵੇ। ਜਾਤੀਵਾਦੀ ਸੋਚ ਹੀ ਹੈ ਇਹਦੇ 'ਚ ਤਾਂ ਕੋਈ ਰਾਕਟ ਸਾਇੰਸ ਰਹੀ ਨਹੀਂ। ਹੁਣ ਇਹ ਸੋਚਣਾ ਪਏਗਾ ਕਿ ਇਹਨਾਂ ਨੇ ਗੁਸਤਾਖੀਆਂ ਨਹੀਂ ਕੀਤੀਆਂ ਹੈਗੀਆਂ। ਜਿਹੜੇ ਸੋ ਕਾਲਡ ਬ੍ਰਾਹਮਣਵਾਦੀ ਸੋਸਾਇਟੀ ਹੈ, ਇਹਨਾਂ ਨੇ ਗੁਸਤਾਖੀਆਂ ਨਹੀਂ ਕੀਤੀਆਂ, ਇਹਨਾਂ ਨੇ ਕ੍ਰਾਈਮ ਕੀਤੇ ਨੇ ਵੱਡੇ ਵੱਡੇ। ਮੰਨ ਲਓ ਇੱਕ ਕੇਰਲਾ ਦਾ ਦਲਿਤ ਵਿਦਿਆਰਥੀ ਆ, ਉਹਦੀ ਜੇਕਰ ਜਿਹੜੀ ਇਹ ਨਹੀਂ ਆਉਂਦੀ ਹੈਗੀ ਹੈ, ਰਾਜੀਵ ਗਾਂਧੀ ਫੈਲੋਸ਼ਿਪ ਨਹੀਂ ਆਉਂਦੀ ਹੈ, ਤਾਂ ਉਹਨੂੰ ਆਲ ਦਾ ਵੇ ਦਿੱਲੀ ਆਉਣਾ ਪੈਂਦਾ ਹੈ। 12-12 ਫੁੱਟ ਦੀਆਂ ਦੀਵਾਰਾਂ ਹੈਗੀਆਂ ਨੇ, ਪਾਸ ਲੈ ਕੇ ਅੰਦਰ ਜਾਣਾ ਹੈਗਾ ਤੇ ਅੰਦਰ ਉਹਨੂੰ ਟਕਿਆ ਜਵਾਬ ਮਿਲ ਜਾਂਦਾ, ਦੇਖਦੇ ਆ। ਉਹ ਜਾ ਕੇ ਬਾਂਗਲਾ ਸਾਹਿਬ ਗੁਰਦੁਆਰੇ ਰੁਕਦਾ ਵਿਚਾਰਾ, ਕਿਉਂਕਿ ਪੈਸੇ ਨਹੀਂ ਹੁੰਦੇ ਉਹਦੇ ਕੋਲ, ਹੈ ਨਾ। ਇੰਨੇ ਕੱਪੜੇ ਨੇ, ਮੈਂ ਕੀ ਦੱਸਾਂ ਤੁਹਾਨੂੰ, ਹੈ ਨਾ। ਨਕਲੀ ਐਡਮਿਸ਼ਨਾਂ ਕਰਾ ਦਿੱਤੀਆਂ ਜਾਂਦੀਆਂ, ਨਕਲੀ ਨਾਮ, ਕਿਉਂਕਿ ਇੰਸਟੀਚਿਊਟਾਂ ਦੀ ਵੀ ਸਿੱਧੇ ਤੌਰ 'ਤੇ ਸ਼ਮੂਲੀਅਤ ਹੁੰਦੀ ਹੈ। ਆਪਣੇ ਤੌਰ 'ਤੇ ਵਿਦਿਆਰਥੀਆਂ ਦੇ ਨਾਮ 'ਤੇ ਪਤਾ ਨਹੀਂ ਕਿੰਨੇ ਪੈਸੇ ਆਉਂਦੇ ਨੇ। ਤਾਂ ਇੱਕ ਬਹੁਤ ਵੱਡਾ ਸਕੈਮ ਹੈਗਾ, ਤੁਸੀਂ ਸਹੀ ਗੱਲ ਆਖੀ ਹੈ। ਤਾਂ ਉਹਨਾਂ ਨੇ ਸਰਕਾਰ ਤੋਂ ਪੈਸੇ ਲੈ ਲੈਣੇ ਹੁੰਦੇ ਨੇ। ਇੱਧਰ ਜਿਹੜਾ ਹੈਗਾ ਕੋਈ ਮਤਲਬ ਹੁੰਦਾ ਨਹੀਂ ਹੈਗਾ, ਲੇਕਿਨ ਹਾਂ ਸਟਾਰਟਿੰਗ ਦੇ ਵਿੱਚ ਉਹ ਐਡਮਿਸ਼ਨ ਕਰਾ ਦਿੰਦੇ ਨੇ, ਲੇਕਿਨ ਉਹ ਬਾਅਦ 'ਚ ਡਰੌਪ ਆਊਟ ਕਰ ਜਾਂਦੇ ਨੇ ਬੱਚੇ, ਤੇ ਉਸ ਤੋਂ ਬਾਅਦ ਉਹ ਉਹਨਾਂ ਨੂੰ ਅਪਡੇਟ ਨਹੀਂ ਕਰਦੇ ਨੇ ਕਿ ਇਹ ਬੱਚੇ ਚਲੇ ਗਏ ਨੇ। ਕਿ ਹੁਣ ਸਮਾਂ ਆ ਗਿਆ ਕਿ ਮਾਸ ਮੂਵਮੈਂਟ ਦੁਬਾਰਾ ਬਣਾਈ ਜਾਵੇ, ਕਿਉਂਕਿ ਪਾਵਰ ਦੇ ਵਿੱਚ ਜਿਹੜੀ ਧਿਰ ਹੈ ਉਹਦੇ ਤੇ ਤਾਂ ਉੱਪਰ ਕੋਈ ਅਸਰ ਹੋ ਨਹੀਂ ਰਿਹਾ। ਇੱਕ ਤਾਂ ਫੈਡਰਲਿਜ਼ਮ ਦਾ ਆਉਣਾ ਬਹੁਤ ਜ਼ਰੂਰੀ, ਦੂਜਾ ਜਿਹੜਾ ਹੈਗਾ ਇਹ ਫਸਟ ਪਾਸ ਦਾ ਪੋਲ ਸਿਸਟਮ ਸਾਡਾ ਹੈ ਨਹੀਂਗਾ। ਜਿਹੜਾ ਇਲੈਕਟੋਰਲ ਸਿਸਟਮ ਹੈਗਾ ਇਹ ਬਹੁਤ ਹੀ ਬੇਕਾਰ ਹੈ। ਜਿੰਨੇ ਵੀ ਡਿਵੈਲਪ ਕੰਟਰੀਜ਼ ਹੈਗੀਆਂ ਨੇ ਉੱਥੇ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਦਾ ਹੈਗਾ। ਇੱਥੇ ਪੰਜਾਬ ਦੇ ਵਿੱਚ ਹੀ ਸ਼ਡਿਊਲ ਕਾਸਟ ਦੇ ਵਿੱਚ 39 ਜਾਤਾਂ ਹੈਗੀਆਂ। ਮੈਂ ਖੁਦ ਉਹਨਾਂ 'ਚੋਂ ਆਉਣਾ ਹੈਗਾ, ਆਈ ਐਮ ਵਨ ਅਮੰਗ ਦੈਮ, ਲੇਕਿਨ ਮੈਂ ਸਾਰਿਆਂ ਨੂੰ ਨਹੀਂ ਜਾਣਦਾ। ਆਈ ਡਿਡ ਨਾਟ ਕਮ ਅਕ੍ਰੋਸ, ਹੈ ਨਾ। ਮੈਂ ਬਾਕੀਆਂ ਨੂੰ ਨਹੀਂ ਮਿਲਿਆ, ਤਾਂ ਮੈਨੂੰ ਨਹੀਂ ਪਤਾ ਹੈਗਾ ਉਹਨਾਂ ਦਾ ਕੀ ਸਟੇਟਸ ਹੈ, ਕੀ ਨਹੀਂ ਹੈ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਅਸੀਂ ਅਕਸਰ ਸਿਆਸਤਦਾਨਾਂ ਦੇ ਜ਼ੁਬਾਨ ਤੋਂ ਇਹ ਗੱਲ ਸੁਣਦੇ ਹਾਂ ਕਿ ਸਿੱਖਿਆ ਸਭ ਤੋਂ ਜ਼ਰੂਰੀ ਹੈ। ਅਸੀਂ ਸਰਕਾਰ ਦੇ ਵਿੱਚ ਆਏ ਤਾਂ ਅਸੀਂ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦੇਵਾਂਗੇ। ਇੱਕ ਹਮੇਸ਼ਾ ਵੱਡੀ ਗੱਲ ਇਹ ਵੀ ਕੀਤੀ ਜਾਂਦੀ ਰਹੀ ਹੈ ਕਿ ਐਸਸੀ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਅਸੀਂ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ, ਅਸੀਂ ਦੇਸ਼ ਦੇ ਵਿੱਚ ਵੀ ਦੇਖਦੇ ਹਾਂ। ਇਹ ਗੱਲ ਵੱਡੇ ਪੱਧਰ ਤੇ ਪ੍ਰਚਾਰੀ ਜਾਂਦੀ ਹੈ, ਪਰ ਇਸ ਤੋਂ ਬਾਅਦ ਉਹਨਾਂ ਐਸਸੀ ਵਿਦਿਆਰਥੀਆਂ ਦੇ ਉੱਪਰ ਕੀ ਬੀਤਦੀ ਹੈ ਜਦੋਂ ਉਹਨਾਂ ਦੀ ਸਕਾਲਰਸ਼ਿਪ ਨਹੀਂ ਆਉਂਦੀ, ਜਦੋਂ ਉਹਨਾਂ ਨੂੰ ਪ੍ਰਤਾੜਿਤ ਕੀਤਾ ਜਾਂਦਾ ਹੈ, ਉਹਨਾਂ ਤੇ ਮਾਨਸਿਕ ਦਬਾਅ ਬਣਾਇਆ ਜਾਂਦਾ, ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਹੀਣੇ ਹੋ ਸਾਡੇ ਨਾਲੋਂ, ਤੁਸੀਂ ਨੀਵੇਂ ਹੋ ਸਾਡੇ ਨਾਲੋਂ, ਤੁਹਾਡੀ ਸਕਾਲਰਸ਼ਿਪ ਜਦੋਂ ਆਊਗੀ ਉਦੋਂ ਤੁਹਾਨੂੰ ਤੁਹਾਡੀਆਂ ਡਿਗਰੀਆਂ ਦਿੱਤੀਆਂ ਜਾਣਗੀਆਂ। ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਅਸੀਂ ਲਗਾਤਾਰਤਾ ਦੇ ਵਿੱਚ ਸੁਣਦੇ ਆ ਰਹੇ ਹਾਂ ਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਵਿੱਚ ਇੱਕ ਇੱਦਾਂ ਦਾ ਵੀ ਦੌਰ ਵੀ ਚੱਲਿਆ ਕਿ ਵੱਡੇ ਪੱਧਰ ਤੇ ਉਹਨਾਂ ਦੇ ਵੱਲੋਂ ਖੁਦਕੁਸ਼ੀਆਂ ਦਾ ਰਾਹ ਅਪਣਾ ਲਿਆ ਗਿਆ। ਗਨੀਮਤ ਹੈ ਕਿ ਥੋੜਾ ਘੱਟ ਹੋਇਆ, ਪਰ ਹਾਲੇ ਵੀ ਚਿੰਤਾ ਬਹੁਤ ਵੱਡੇ ਪੱਧਰ ਤੇ ਹੈ। ਸਾਡੇ ਨਾਲ ਗੁਰਿੰਦਰ ਆਜ਼ਾਦ ਨੇ ਇਸੇ ਮੁਤਲਕ ਉਹਨਾਂ ਨੇ ਇੱਕ ਰਿਸਰਚ ਕੀਤੀ ਸੀਗੀ ਕਿ ਇਹ ਵਿਦਿਆਰਥੀ ਜਿਹੜਾ ਐਸਸੀ ਵਰਗ ਹੈਗਾ ਉਹਨਾਂ ਦੇ ਵਿੱਚ ਇਹ ਜਿਹੜੀ ਖੁਦਕੁਸ਼ੀਆਂ ਦਾ ਦੌਰ ਆ ਕਿਉਂ ਵੱਧਦਾ ਜਾ ਰਿਹਾ ਹੈਗਾ। ਤੇ ਅੱਜ ਗੱਲਬਾਤ ਕਰਨੀ ਹੈ ਐਸਸੀ ਵਿਦਿਆਰਥੀਆਂ ਬਾਰੇ, ਖਾਸ ਕਰਕੇ ਕਿ ਦਿੱਕਤਾਂ ਕੀ ਆਈਆਂ, ਕਿਸ ਤਰੀਕੇ ਨਾਲ ਇਹ ਵਿਦਿਆਰਥੀ ਵਰਗ ਖੁਦਕੁਸ਼ੀਆਂ ਦੇ ਰਾਹ ਪਿਆ, ਉਸ ਤੋਂ ਬਾਅਦ ਕੀ ਸਰਕਾਰਾਂ ਦੀ ਭੂਮਿਕਾ ਰਹੀ, ਕਿਸ ਤਰੀਕੇ ਨਾਲ ਇਸ ਵੇਲੇ ਹਾਲਾਤ ਨੇ। ਗੁਰਿੰਦਰ, ਸਭ ਤੋਂ ਪਹਿਲਾਂ ਤਾਂ ਇਹ ਬੜਾ ਸੰਜੀਦਾ ਮਸਲਾ ਹੈਗਾ। ਸਰਕਾਰਾਂ ਅਕਸਰ ਕਹਿੰਦੀਆਂ ਕਿ ਅਸੀਂ ਮੁਫਤ ਸਿੱਖਿਆ ਦੇਵਾਂਗੇ। ਅੱਜ ਕੱਲ੍ਹ ਵੀ ਬੜਾ ਆਵਾਜ਼ ਇਹ ਹਰੇਕ ਧਿਰ ਜਿਹੜੀ ਹੈ ਸੱਤਾ ਦੇ ਵਿੱਚ, ਭਾਵੇਂ ਕੇਂਦਰ ਦੇ ਵਿੱਚ ਹੋਵੇ ਭਾਵੇਂ ਪੰਜਾਬ ਦੇ ਵਿੱਚ ਹੋਵੇ, ਇਹ ਗੱਲ ਕੀਤੀ ਜਾ ਰਹੀ ਹੈ ਕਿ ਸਿੱਖਿਆ ਸਭ ਤੋਂ ਮੁੱਢਲਾ ਆਧਾਰ ਆ, ਅਸੀਂ ਮੁਫਤ ਸਿੱਖਿਆ ਦੇਵਾਂਗੇ। ਪਰ ਦੂਜੇ ਪਾਸੇ ਸਕਾਲਰਸ਼ਿਪ ਦੇ ਨਾਮ ਤੋਂ ਬਾਅਦ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ, ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਤੁਸੀਂ ਇੱਕ ਰਿਸਰਚ ਕੀਤੀ ਹੈ, ਰਿਸਰਚ ਦਾ ਆਧਾਰ
ਕੀ ਸੋਚ ਕੇ ਕੀਤਾ ਸੀਗਾ ਵੀ ਆਹ ਰਿਸਰਚ ਕਰਨੀ ਵੀ ਇਸ ਵੇਲੇ ਬੜੀ ਜ਼ਰੂਰੀ ਹੈ? ਦਰਅਸਲ ਹੋਇਆ ਇਹ ਸੀਗਾ ਕਿ ਏਮਸ ਦੇ ਵਿੱਚ, ਦਿੱਲੀ ਜਿਹੜਾ ਏਮਸ ਹੈਗਾ, ਉੱਥੇ ਇੱਕ ਸੁਸਾਈਡ ਹੋਇਆ ਸੀਗਾ ਬਾਲ ਮੁਕੁੰਦ ਭਾਰਤੀ ਦਾ, ਤੇ ਸ਼ਾਇਦ 2011 ਦੀ ਗੱਲ ਆ। ਤੇ ਉਹ ਉਸ ਵਕਤ ਸਾਨੂੰ ਲੱਗਿਆ ਕਿ ਮਤਲਬ ਜਦੋਂ ਅਸੀਂ ਪ੍ਰਸ਼ਾਸਨ ਉੱਥੇ ਏਮਸ ਗਏ, ਉੱਥੇ ਜਾ ਕੇ ਆਪਣੀ ਤਹਿਕੀਕਾਤ ਕਰਨਾ ਸ਼ੁਰੂ ਕੀਤਾ ਤੇ ਪ੍ਰਸ਼ਾਸਨ ਦਾ ਰਵੱਈਆ ਦੇਖਿਆ। ਅਸੀਂ ਬੇਸਿਕਲੀ ਉਹਨਾਂ ਦੇ ਬਾਲ ਮੁਕੁੰਦ ਦੇ ਪਿੰਡ ਗਏ ਸੀਗੇ, ਉਹ ਆਪਣੇ ਬੁੰਦੇਲਖੰਡ ਦੇ ਲਵੇ ਹੈਗਾ, ਠੀਕ ਹੈ। ਤੇ ਪੂਰਾ ਜਦੋਂ ਦੇਖਣ ਤੋਂ ਬਾਅਦ ਜੋ ਸਾਨੂੰ ਸਮਝ ਆਇਆ ਕਿ ਪੂਰਾ ਇੱਕ ਸਿਸਟਮੈਟਿਕ ਇੱਕ ਦੌਰ ਹੈਗਾ, ਜਿਹਦੇ ਵਿੱਚ ਡਿਸਕ੍ਰਿਮੀਨੇਸ਼ਨ ਜਿਹੜਾ ਹੈਗਾ ਹਰ ਇੱਕ ਲੈਵਲ ਤੇ ਹੁੰਦਾ। ਦ ਮੋਮੈਂਟ, ਮਤਲਬ ਜਦੋਂ ਤੁਸੀਂ ਇਹ ਡਿਸਾਈਡ ਕਰਦੇ, ਇੱਕ ਬੱਚਾ ਡਿਸਾਈਡ ਕਰਦਾ, ਉਹਦੇ ਮਾਪੇ ਡਿਸਾਈਡ ਕਰਦੇ ਕਿ ਉਹਨੂੰ ਕਿਸੇ ਵੀ ਇੰਸਟੀਚਿਊਟ 'ਚ ਭੇਜਿਆ ਜਾਵੇ, ਡਿਸਕ੍ਰਿਮੀਨੇਸ਼ਨ ਉੱਥੋਂ ਹੀ ਚਾਲੂ ਹੋ ਜਾਂਦਾ। ਤੇ ਉਹ ਜਿਹੜਾ ਹੈਗਾ ਉਹ ਉਦੋਂ ਤੱਕ ਪਿੱਛਾ ਨਹੀਂ ਛੱਡਦਾ ਜਦੋਂ ਤੱਕ ਕਿ ਉਹ ਉੱਥੋਂ ਦੀ ਸਰਟੀਫਿਕੇਟ ਲੈ ਕੇ ਚਲਾ ਨਾ ਜਾਵੇ ਜਾਂ ਫਿਰ ਉਹ ਡ੍ਰੌਪ ਆਊਟ ਨਾ ਹੋ ਜਾਏ। ਤਾਂ ਇਹ ਜਿਹੜਾ ਹੈਗਾ, ਤੁਸੀਂ ਮਤਲਬ ਇਹ ਵੱਡਾ ਵਿਸ਼ਾ ਹੈ, ਲੇਕਿਨ ਡੈਫੀਨੇਟਲੀ ਤੁਸੀਂ ਆਪਣੇ ਇੰਟਰੋਡਕਸ਼ਨ 'ਚ ਵੀ ਇਹ ਗੱਲ ਆਖੀ ਹੈ ਕਿ ਇਹ ਸਿਰਫ ਇਹ ਸਰਕਾਰਾਂ ਕਹਿੰਦੀਆਂ ਨੇ, ਕਿਉਂਕਿ ਉਹਨਾਂ ਦੇ ਜਿਹੜਾ ਜੋ ਉਹ ਕਹਿੰਦੇ ਨੇ ਉਹ ਪ੍ਰੋਪੇਗੈਂਡਾ ਸਰਕਾਰੀ ਹੁੰਦੀਆਂ, ਮੀਡੀਆ ਸਭ ਉਹਨਾਂ ਦਾ ਹੁੰਦਾ ਤੇ ਉਹ ਹਰ ਥਾਂ ਤੇ ਇਹ ਪ੍ਰਚਾਰੀ ਜਾਂਦੀ ਹੈ। ਲੇਕਿਨ ਮੇਰਾ ਨਿੱਜੀ ਅਨੁਭਵ ਇਹ ਹੈਗਾ ਕਿ ਐਂ ਲੱਗਦਾ ਜਿਵੇਂ ਨਾ ਵਾਈਸ ਚਾਂਸਲਰ ਨੂੰ ਜਾਂ ਹੋਰ ਜਿਹੜੇ ਵੱਡੀ ਅਥਾਰਟੀਆਂ ਹੁੰਦੀਆਂ ਨੇ, ਉਹਨਾਂ ਨੂੰ ਖਾਸ ਹਦਾਇਤਾਂ ਹੁੰਦੀਆਂ ਵੀ ਇਹਨਾਂ ਨੂੰ ਜਿੰਨਾ ਤੰਗ ਕੀਤਾ ਜਾਵੇ, ਜਿੰਨਾ ਇਹ ਆਪਣੇ ਆਪ ਹੀ ਐਕਸਕਲੂਡ ਹੁੰਦੇ ਜਾਣ ਤੇ ਉਹ ਹੋ ਜਾਣ। ਇਸੇ ਸਿਲਸਿਲੇ ਦੇ ਵਿੱਚ ਜਦੋਂ ਅਸੀਂ ਬਾਲ ਮੁਕੁੰਦ ਭਾਰਤੀ ਦਾ ਦੇਖ ਰਹੇ ਸੀਗੇ ਤਾਂ ਸਾਨੂੰ ਲੱਗਿਆ ਕਿ ਇਹ ਬਹੁਤ ਇੰਪੋਰਟੈਂਟ ਹੈ ਕਿ ਡਾਕੂਮੈਂਟ ਕਰੀਏ ਉਹਨਾਂ ਨੂੰ ਕਿ ਜਿਨ੍ਹਾਂ ਨੇ ਸੁਸਾਈਡ ਕੀਤੀਆਂ ਹੈਗੀਆਂ ਤੇ ਸੋ ਕਾਲਡ ਪ੍ਰੀਮੀਅਰ ਇੰਸਟੀਚਿਊਟ 'ਚ ਕੀਤੀਆਂ, ਜਿੱਥੇ ਕਿ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਉਹ ਭਾਰਤ ਦਾ ਜਿਹੜਾ ਹੈਗਾ ਨਾਮ, ਮਤਲਬ ਬਹੁਤ ਸਿਰ ਦਾ ਤਾਜ ਹੈ, ਹਨਾ, ਜਿਵੇਂ ਉਹ ਵਾਲੇ ਹਾਂਜੀ, ਇਸ ਤਰ੍ਹਾਂ ਦੀ ਉਹਨਾਂ ਨੂੰ ਉਪਮਾਵਾਂ ਦਿੱਤੀਆਂ ਜਾਂਦੀਆਂ। ਤੇ ਅਸੀਂ ਫਿਰ ਇਹ ਜਦੋਂ ਕਰ ਰਹੇ ਸੀਗੇ ਤਾਂ ਫਿਰ 4 ਫਿਲਮਾਂ ਬਣਾਈਆਂ ਇਹਦੇ ਉੱਤੇ, ਟੈਸਟਮਨੀ ਡਾਕੂਮੈਂਟਰੀਜ਼ ਬਣਾਈਆਂ ਉਹਦੇ ਉੱਤੇ, ਤੇ ਉਹ ਕਾਫੀ ਜ਼ਿਆਦਾ ਦਿਖਾਈਆਂ ਗਈਆਂ। ਘੱਟੋ ਘੱਟ ਇੰਨਾ ਐਸਟੈਬਲਿਸ਼ ਹੋ ਸਕਿਆ ਉਹਦੇ ਨਾਲ ਕਿ ਇਹ ਇੰਸਟੀਚਿਊਟ ਦੇ ਵਿੱਚ ਵੀ ਜਾਤ ਪਾਤ ਹੈ। ਨਹੀਂ ਤਾਂ ਤੁਸੀਂ ਯਕੀਨ ਕਰੋ, ਇਹਨਾਂ ਕੋਲ ਆਮ ਤੌਰ 'ਤੇ ਸਾਡੇ ਬੱਚਿਆਂ ਲਈ ਜਿਹੜੇ ਚਾਹੇ ਡਾਕਟਰ ਬਣ ਜਾਣ, ਚਾਹੇ ਇੰਜੀਨੀਅਰ ਬਣ ਜਾਣ, ਉਹਨਾਂ ਕੋਲ ਇਹ ਪ੍ਰੀਮੀਅਰ ਇੰਸਟੀਚਿਊਟ ਦੇ ਵਿੱਚ ਤਾਂ ਉਹਨਾਂ ਕੋਲ ਇਹ 2 ਚੀਜ਼ਾਂ ਹੁੰਦੀਆਂ। ਕਹਿੰਦੇ ਇੱਕ ਤਾਂ ਇਹ ਹਿੰਦੀ ਪੜ੍ਹ ਕੇ ਆਏ ਨੇ ਤਾਂ ਇੱਥੇ ਅੰਗਰੇਜ਼ੀ ਮੀਡੀਅਮ ਹੈਗਾ ਤਾਂ ਕੋਪ ਅਪ ਨਹੀਂ ਕਰ ਪਾਉਂਦੇ ਤੇ ਕਲਚਰ ਵੱਖਰਾ ਹੁੰਦਾ ਤੇ ਇਹ ਚੀਜ਼ ਹੁੰਦਾ। ਦੂਜਾ ਇਹ ਹੁੰਦਾ, ਕਹਿੰਦੇ ਕਿ ਇਹਨਾਂ ਨੂੰ ਅਚਾਨਕ ਜਿਹੜੀ ਹੈ ਹਵਾ ਲੱਗ ਜਾਂਦੀ ਹੈ ਤੇ ਉਹ ਕੁੜੀਆਂ ਦੇ ਪਿੱਛੇ ਲੱਗ ਜਾਂਦੇ ਨੇ ਤੇ ਪੜ੍ਹਾਈ ਵੱਲੋਂ ਧਿਆਨ ਹਟ ਜਾਂਦਾ ਉਹਨਾਂ ਦਾ। ਇਹ ਦੋਨੇ ਹੀ ਸਰਾਸਰ ਦਰਅਸਲ ਗਲਤ ਹੈਗੇ ਤੇ ਉਹ ਸਿਸਟਮੈਟਿਕ ਹੈਗਾ। ਜੇਕਰ ਤੁਸੀਂ ਕਦੇ ਥੁਰਾਤ ਸਰ ਨੇ ਇੱਕ ਜਦੋਂ ਰਿਜ਼ਰਵੇਸ਼ਨ ਦਾ ਮਾਮਲਾ ਚੱਲਿਆ ਸੀਗਾ ਤਾਂ 2007 ਜਾਂ 8 ਦੇ ਵਿੱਚ ਉਹਨਾਂ ਦੀ ਰਿਪੋਰਟ ਆਈ ਹੈ ਜਿਹਦੇ 'ਚ ਉਹ ਸਾਬਿਤ ਹੁੰਦਾ ਕਿ ਡਿਸਕ੍ਰਿਮੀਨੇਸ਼ਨ ਜਿਹੜੀ ਹੈਗੀ ਹੈ ਵੇਰੀਅਸ ਲੈਵਲ ਦੇ ਉੱਤੇ ਹੈਗਾ ਤੇ ਉਹਨਾਂ ਦੀ ਜਿਹੜੀ ਰਿਕਮੈਂਡੇਸ਼ਨ ਸੀਗੀਆਂ ਉਹ ਅੱਜ ਦਿਨ ਤੱਕ ਨਹੀਂ ਮੰਨੀਆਂ ਗਈਆਂ ਹੈਗੀਆਂ ਨੇ। ਤੁਸੀਂ ਇੱਕ ਜ਼ਿਕਰ ਕਰ ਰਹੇ ਸੀਗੇ ਕਿ ਜਿਹੜੀਆਂ ਪ੍ਰੀਮੀਅਰ ਇੰਸਟੀਚਿਊਟ ਆ ਉਹਨਾਂ ਦੇ ਵੱਲੋਂ ਇਹ ਕਹਿ ਦਿੱਤਾ ਜਾਂਦਾ ਕਿ ਵਿਦਿਆਰਥੀ ਨੂੰ ਇੱਕਦਮ ਹਵਾ ਲੱਗ ਗਈ, ਮਾਹੌਲ ਚੇਂਜ ਹੋ ਗਿਆ ਜਾਂ ਉਹ ਕੋਪ ਅਪ ਨਹੀਂ ਕਰ ਸਕੇ ਕਿਉਂਕਿ ਪਹਿਲਾਂ ਉਹ ਹਿੰਦੀ ਮੀਡੀਅਮ 'ਚ ਪੜ੍ਹੇ ਨੇ ਤੇ ਦੂਜੇ ਪਾਸੇ ਅੰਗਰੇਜ਼ੀ ਮੀਡੀਅਮ ਆ ਗਿਆ। ਉਹਨਾਂ ਨੇ ਇਹ ਕਾਰਨ ਦੱਸੇ। ਜਿਹੜੀ ਤੁਸੀਂ ਰਿਸਰਚ ਕੀਤੀ ਉਹਦੇ ਵਿੱਚ ਕਾਰਨ ਕੀ ਨਜ਼ਰ ਆਏ ਕਿ ਵਿਦਿਆਰਥੀ ਖੁਦਕੁਸ਼ੀ ਕਰ ਕਿਉਂ ਰਹੇ ਸੀ ਖਾਸ ਕਰਕੇ? ਉਹ ਦਰਅਸਲ ਇਹ ਡਿਸਕ੍ਰਿਮੀਨੇਸ਼ਨ ਐਕਚੁਅਲੀ ਕੀ ਹੁੰਦਾ ਕਿ ਜਦੋਂ ਸਾਡੇ ਬੱਚੇ ਆਉਂਦੇ ਨੇ ਛੋਟੇ ਸਕੂਲਾਂ 'ਚ ਪੜ੍ਹ ਕੇ, ਪਿੰਡਾਂ ਦੇ ਵਿੱਚੋਂ ਉਹਦੇ ਉੱਠ ਕੇ, ਉਹ ਆਲਰੇਡੀ ਇੰਨੇ ਮੈਰੀਟੋਰੀਅਸ ਹੁੰਦੇ ਨੇ ਕਿ ਡਿਸਪਾਈਟ ਆਲ ਦਾ ਹਰਡਲਸ, ਜਿਹੜੀ ਉਹਨਾਂ ਨੇ ਬੈਰੀਕੇਡਿੰਗ ਇੰਨੀ ਕੀਤੀ ਹੋਈ ਹੈ ਜਿਹੜੀ ਕਿਸੇ ਨੂੰ ਦਿਖਦੀ ਨਹੀਂ, ਉਹਨਾਂ ਨੂੰ ਪਾਰ ਕਰ ਕਰਕੇ ਉਹ ਉਹਨਾਂ ਨੇ ਫਿਰ ਐਂਟਰੈਂਸ ਐਗਜ਼ਾਮ ਦਿੱਤਾ ਹੈਗਾ। ਐਂਟਰੈਂਸ ਐਗਜ਼ਾਮ ਦੇ ਵਿੱਚ ਵੀ ਪੂਰਾ ਕ੍ਰਾਈਟੇਰੀਆ ਜਿਹੜਾ ਹੈਗਾ ਇਹ ਨਹੀਂ ਹੈਗਾ ਕਿ ਖਰਾਤ ਮਿਲ ਗਈ ਉਹਨਾਂ ਨੂੰ, ਜਿਹੜੇ ਬਾਰਸ ਉਹਨਾਂ ਨੇ ਸੈੱਟ ਕੀਤੇ ਨੇ ਜੋ ਸਾਰਿਆਂ ਨੂੰ ਉਲੰਘ ਕੇ ਜਿਹੜੇ ਹੈਗੇ ਨੇ ਉਹਨਾਂ ਨੇ ਪਾਰ ਕਰਕੇ ਫਿਰ ਐਂਟਰ ਹੁੰਦੇ ਨੇ। ਇਹਦਾ ਮਤਲਬ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕਰਤਾ ਕਿ ਭਾਈ ਤੁਸੀਂ ਜਿਹੜੀ ਸਾਡੇ ਲਈ ਉਹ ਰੱਖੀਆਂ ਸੀਗੀਆਂ ਸ਼ਰਤਾਂ ਅਸੀਂ ਪੂਰੀਆਂ ਕਰਕੇ ਹੁਣ ਆ ਗਏ, ਹੁਣ ਇਹ ਤੁਹਾਡੀ ਜ਼ਿੰਮੇਵਾਰੀ ਹੈ ਸਾਨੂੰ ਪੜ੍ਹਾਉਣਾ। ਉਹ ਪੜ੍ਹਾਉਂਦੇ ਨਹੀਂ। ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦਿੰਦਾ, ਅਨੇਕਾਂ ਹੀ ਉਦਾਹਰਣਾਂ 'ਚੋਂ। ਉਹਦੇ 'ਚ ਬਾਲ ਮੁਕੁੰਦ ਭਾਰਤੀ ਜਦੋਂ ਆਪਣੇ ਕਲਾਸ 'ਚ ਬੈਠੇ ਸੀਗੇ ਤਾਂ ਉਹਨਾਂ ਨੂੰ ਕਿਹਾ ਗਿਆ, ਕਹਿੰਦਾ ਕਿ ਤੂੰ ਰਿਜ਼ਰਵੇਸ਼ਨ ਤੋਂ ਆਇਆ, ਕਹਿੰਦਾ ਤੂੰ ਆ ਤਾਂ ਗਿਆ, ਕਹਿੰਦਾ ਤੈਨੂੰ ਡਿਗਰੀ ਲੈ ਕੇ ਜਾਣ ਨਹੀਂ ਦੇਣਾ ਮੈਂ। ਜਦੋਂ ਤੁਹਾਡਾ ਪ੍ਰੋਫੈਸਰ ਇਹ ਕਹਿੰਦਾ, ਉਹਦੇ ਮਾਂ-ਬਾਪ ਨੇ ਇਹ ਗੱਲ ਆਖੀ ਹੈ ਕਿ ਬਾਲ ਮੁਕੁੰਦ ਘਰ ਆ ਕੇ ਰੋਂਦਾ ਸੀਗਾ ਤੇ ਮੈਨੂੰ ਇਹ ਤੰਗ ਕਰਦਾ। ਉਹ ਬੰਦਾ ਅੱਜ ਵੀ ਬੈਠਾ ਉੱਥੇ। ਤੁਸੀਂ ਰੋਹਿਤ ਵੈਮੁਲਾ ਦੇ ਕੇਸ ਦੇ ਵਿੱਚ ਲਓ, ਸਾਰੀ ਚੀਜ਼ਾਂ ਸਾਬਤ ਹੋ ਗਈਆਂ, ਲੇਕਿਨ ਉਹਨਾਂ ਨੂੰ ਇੱਕਦਮ ਰਿਵਰਸ ਤਰੀਕੇ ਦੇ ਨਾਲ ਉਹਨਾਂ ਨੇ ਉਹ ਕੀਤਾ। VC ਵੀ ਉੱਥੇ ਹੀ ਹੈ, ਠੀਕ ਹੈ। ਸਮ੍ਰਿਤੀ ਇਰਾਨੀ ਉਸ ਟਾਈਮ ਦੇ ਵਿੱਚ MHRD ਬਾਅਦ 'ਚ ਉਹਨੂੰ ਸ਼ਾਇਦ ਟੈਕਸਟਾਈਲ ਦਾ ਦੇਤਾ। ਯਾਨੀ ਕਿ ਛੋਟੀ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਬਰਖਾਸਤ ਵੀ ਕੀਤਾ, ਉਹਨਾਂ ਦੇ ਉੱਤੇ ਕੋਈ ਉਹ ਨਹੀਂ ਹੈਗਾ, ਠੀਕ ਹੈ। ਦੁਨੀਆ ਜਾਣਦੀ ਹੈ, ਲੇਕਿਨ ਪ੍ਰੋਪੇਗੈਂਡਾ ਇਹੀ ਕਹਿੰਦਾ ਕਿ ਨਹੀਂ ਸਭ ਕੁਝ ਠੀਕ ਹੈ। ਜਿਵੇਂ ਤੁਸੀਂ ਸਟਾਰਟਿੰਗ 'ਚ ਆਖਿਆ ਕਿ ਉਹ ਕਹਿੰਦੇ ਆ ਕਿ ਮੁਫਤ ਐਜੂਕੇਸ਼ਨ ਦਿੱਤੀ ਜਾਊਗੀ। ਤੁਸੀਂ ਆਹ ਦੇਖੋ ਕਿ
ਪੰਜਾਬ ਦੇ ਸੀਐਮ ਸਾਹਿਬ ਨੇ ਉਹਨਾਂ ਨੇ ਕਿਹਾ ਬਈ ਭਾਈ ਇਹ ਮਾਮਲਾ ਜਿਹੜਾ ਹੈਗਾ ਇਹ ਅਥਾਰਟੀਜ਼ ਦਾ ਆਪਸ ਦੇ ਵਿੱਚ ਹੈਗਾ, ਸੈਂਟਰ ਦਾ ਜਾਂ ਉਹਦਾ, ਵਿਦਿਆਰਥੀਆਂ ਨੂੰ ਵਿੱਚ ਨਹੀਂ ਉਹ ਕਰਨਾ ਹੈਗਾ। ਉਹਨਾਂ ਨੇ ਕਹਿ ਵੀ ਦਿੱਤਾ ਹੈਗਾ ਕਿ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੀ ਜਿਹੜੀ ਹੈਗੀ ਡਿਗਰੀਆਂ ਦਿੱਤੀਆਂ ਜਾਣਗੀਆਂ, ਲੇਕਿਨ ਹੁਣ ਦੇ ਨਹੀਂ ਰਹੇ ਹੈਗੇ। ਇੱਕ ਪਾਸੇ ਉਹ ਕਹਿ ਰਹੇ ਨੇ, ਦੂਜੇ ਪਾਸੇ ਮੰਨ ਨਹੀਂ ਰਹੇ, ਹੈ ਨਾ। ਵਿੱਚ ਪਿਸ ਕੌਣ ਰਿਹਾ ਹੈਗਾ? ਵਿਦਿਆਰਥੀ। ਤੇ ਹਰ ਪਾਸੇ ਇਹ ਬੜੀ ਅਹਿਮ ਗੱਲ ਹੈ ਕਿ ਪੜ੍ਹਾਈ ਦੀ ਜਿਹੜੀ ਕਹਿੰਦੇ ਨਹੀਂ ਹੁੰਦੇ ਕਿ ਹਰੇਕ ਨੂੰ ਲੋੜ ਹੁੰਦੀ ਹੈ ਵੀ ਇੱਕ ਲੜਕੀ ਨੂੰ ਪੜ੍ਹਾ ਦਿਓ ਤਾਂ ਪੂਰਾ ਪਰਿਵਾਰ ਪੜ੍ਹ ਜਾਂਦਾ। ਅਕਸਰ ਅਸੀਂ ਇਹ ਕਹਾਵਤ ਸੁਣਦੇ ਆਏ ਹਾਂ। ਤੇ ਇਸ ਜਦੋਂ ਪੂਰੇ ਸੰਦਰਭ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਪਿੱਛੇ ਸੋਚ ਕਿਹੜੀ ਕੰਮ ਕਰ ਰਹੀ ਹੈ ਜਿਹੜੀ ਨਹੀਂ ਚਾਹੁੰਦੀ ਕਿ ਐਸੀ ਵਿਦਿਆਰਥੀ ਜਿਹੜਾ ਹੈਗਾ ਉਹ ਵੀ ਪੜ੍ਹ ਲਿਖ ਜਾਵੇ, ਉਹ ਅੱਗੇ ਵੱਧ ਜਾਵੇ? ਤਾਂ ਇਹਦੇ ਪਿੱਛੇ ਸੋਚ ਕਿਹੜੀ ਕੰਮ ਕਰ ਰਹੀ ਹੈ? ਜਾਤੀਵਾਦੀ ਸੋਚ ਹੀ ਹੈ ਇਹਦੇ 'ਚ, ਤਾਂ ਕੋਈ ਰਾਕਟ ਸਾਇੰਸ ਰਹੀ ਨਹੀਂ ਹੁਣ। ਲੇਕਿਨ ਇਸ ਤੋਂ ਵੀ ਸਾਨੂੰ ਥੋੜ੍ਹਾ ਜਿਹਾ ਇਹ ਸੋਚਣਾ ਪਏਗਾ ਕਿ ਇਹਨਾਂ ਨੇ ਗੁਸਤਾਖੀਆਂ ਨਹੀਂ ਕੀਤੀਆਂ ਹੈਗੀਆਂ। ਜਿਹੜੇ ਸੋ ਕਾਲਡ ਬ੍ਰਾਹਮਣਵਾਦੀ ਸੁਸਾਇਟੀ ਹੈ, ਇਹਨਾਂ ਨੇ ਗੁਸਤਾਖੀਆਂ ਨਹੀਂ ਕੀਤੀਆਂ, ਇਹਨਾਂ ਨੇ ਕ੍ਰਾਈਮ ਕੀਤੇ ਨੇ ਵੱਡੇ ਵੱਡੇ ਇਤਿਹਾਸ ਦੇ ਵਿੱਚ। ਤੇ ਇਤਿਹਾਸ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਅੰਧ ਵਿਸ਼ਵਾਸ ਫੈਲਾਏ ਨੇ। ਠੀਕ ਹੈ, ਹੁਣ ਜੇਕਰ ਪੜ੍ਹ ਲਿਖ ਜਾਣਗੇ ਵਿਦਿਆਰਥੀ ਤਾਂ ਸਵਾਲ ਕਰਨੇ ਸ਼ੁਰੂ ਕਰ ਦੇਣਗੇ। ਠੀਕ ਹੈ, ਉਹ ਜੇਕਰ ਜੁੜ ਗਏ ਨਾਨਕ ਕਬੀਰ ਤੇ ਉਹਨਾਂ ਦੀ ਪਰੰਪਰਾ ਤੋਂ, ਸਵਾਲ ਨਾ ਕਰਨੇ ਸ਼ੁਰੂ ਕਰ ਦੇਣ। ਤੇ ਉਹ ਤੋਂ ਡਰਦੇ ਨੇ। ਐਕਚੁਅਲੀ ਬਹੁਤ ਜ਼ਿਆਦਾ ਡਰਪੋਕ ਸੁਸਾਇਟੀ ਹੈ, ਬਹੁਤ ਜ਼ਿਆਦਾ ਡਰਪੋਕ। ਜਿਹੜੀ ਵੀ ਸੁਸਾਇਟੀ, ਜਿਹੜੀ ਵੀ ਕੌਮ ਬਹੁਤ ਜ਼ਿਆਦਾ ਤਸ਼ੱਦਦ ਕਰਦੀ ਹੈ ਕਿਸੇ ਤੇ, ਅੰਦਰੋਂ ਬਹੁਤ ਡਰੀ ਹੋਈ ਹੁੰਦੀ ਹੈ। ਤਾਂ ਇਹ ਡਰੀ ਹੋਈ ਕੌਮ ਹੈ। ਛੋਟੀ ਛੋਟੀ ਜਿਹੀ ਇੱਕ ਮਤਲਬ ਚੰਦ ਵਿਦਿਆਰਥੀ ਹੋਣਗੇ, ਉਹਨਾਂ ਦੀ ਡਿਗਰੀ ਨਹੀਂ ਦੇਣੀ ਹੈਗੀ, ਜਿਉਂ ਪਤਾ ਨਹੀਂ ਕੀ ਹੋ ਜਾਊਗਾ। ਖੁਦ ਜਿਹੜੇ ਹੈਗੇ ਨੇ ਪੂਰੇ ਰਿਸੋਰਸਿਸ ਦੇ ਉੱਤੇ ਬੈਠੇ ਨੇ। ਠੀਕ ਹੈ, 85% ਰਿਸੋਰਸਿਸ ਜਿਹੜੇ ਹੈਗੇ ਨੇ ਇਹਨਾਂ ਦੇ ਕੋਲ ਹੈ, 90% ਰਿਸੋਰਸਿਸ ਇਹਨਾਂ ਦੇ ਕੋਲ ਹੈ। ਪੂਰੇ ਦੇ ਪੂਰਾ ਮੀਡੀਆ ਇਹਨਾਂ ਦਾ ਹੈਗਾ, ਪੂਰਾ ਕਾਰਪੋਰੇਟ ਘਰਾਣਾ ਇਹਨਾਂ ਦਾ ਹੈਗਾ। ਇਹਨਾਂ ਦੀ ਪਾਰਲੀਮੈਂਟ ਦੇ ਵਿੱਚ ਪੂਰਾ ਕੋਰਮ ਹੈਗਾ। ਇਹ ਜਿਹੜੇ ਮਰਜ਼ੀ ਕਾਨੂੰਨ ਬਣਾਉਣ, ਹਰਾਸ ਕਰਨ ਲੋਕਾਂ ਨੂੰ, ਹੈ ਨਾ। ਕਿਸਾਨ ਅੰਦੋਲਨ ਹੁਣੇ ਹੋ ਕੇ ਹਟਿਆ ਹੈਗਾ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਸੋਚ ਕੀ ਹੈ? ਸੋਚ ਉਹੀ ਹੈ, ਇਹਨਾਂ ਨੇ ਫੈਡਰਲਿਜ਼ਮ ਖਤਮ ਕਰਤਾ ਆਪਣਾ। ਠੀਕ ਹੈ, ਸਾਰੇ ਸਟੇਟਾਂ ਜਿਹੜੀਆਂ ਹੈਗੀਆਂ, ਹੁਣ ਕੇਂਦਰ ਇੰਨਾ ਮਜ਼ਬੂਤ ਹੋ ਚੁੱਕਿਆ ਹੈਗਾ ਕਿ ਉਹ ਕੁਝ ਵੀ ਕਹਿੰਦਾ ਹੈਗਾ ਲੋਕਾਂ ਨੂੰ ਮੰਨਣਾ ਪੈਂਦਾ ਹੈਗਾ। ਠੀਕ ਹੈ, ਸਰਕਾਰਾਂ ਉਹਨਾਂ ਦੇ ਕੰਟਰੋਲ 'ਚ ਹੈਗਾ। GST ਨੇ ਵੈਸੇ ਹੀ ਧੂੰਆਂ ਕੱਢ ਰੱਖਿਆ ਹੈ ਨਾ। ਇਹ ਸਾਰੀ ਚੀਜ਼ਾਂ ਇੰਟਰਕਨੈਕਟਡ ਹੈਗੀਆਂ ਕਿ ਸਟੇਟ ਜੇਕਰ ਕਮਜ਼ੋਰ ਹੋਊਗਾ ਤਾਂ ਜਿਹੜੀ ਜਵਾਬਦੇਹੀ ਹੈਗੀ ਹੈ ਉਹ ਤੋਂ ਟਲੂਗਾ, ਉਹ ਤੋਂ ਟਲਣਾ ਹੀ ਪੈਣਾ ਨਾ ਉਹਨੂੰ। ਉਹ ਤੋਂ ਤਾਂ ਵਿਦਿਆਰਥੀ ਜਾਣਗੇ ਸੀਐਮ ਕੋਲ, ਸੀਐਮ ਕਹੂਗਾ ਖਜ਼ਾਨਾ ਖਾਲੀ ਹੈ, ਮੈਂ ਕੀ ਕਰਾਂ। ਤੁਸੀਂ ਹਰ ਵਾਰੀ ਤੁਸੀਂ ਕੀ ਦਿੱਲੀ ਜਾਓਗੇ? ਹਰ ਵਾਰੀ ਤੁਸੀਂ ਕੋਈ, ਮੰਨ ਲਓ, ਮੈਂ ਇਹ ਉਦਾਹਰਣ ਅਕਸਰ ਦਿੰਦਾ ਕਿ ਮੰਨ ਲਓ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ, ਜਾਂ ਫਿਰ ਜਿਹੜੀ RGNF ਹੁੰਦੀ ਹੈ, ਰਾਜੀਵ ਗਾਂਧੀ ਫੈਲੋਸ਼ਿਪ ਹੁੰਦੀ ਹੈ, ਜਿਹੜੀ PhD MPhil PhD ਦੇ ਵਿਦਿਆਰਥੀਆਂ ਨੂੰ ਮਿਲਦੀ ਹੈ। ਮੰਨ ਲਓ ਇੱਕ ਕੇਰਲਾ ਦਾ ਦਲਿਤ ਵਿਦਿਆਰਥੀ ਆ, ਉਹਦੀ ਜੇਕਰ ਜਿਹੜੀ ਇਹ ਨਹੀਂ ਆਉਂਦੀ ਹੈਗੀ ਹੈ, ਰਾਜੀਵ ਗਾਂਧੀ ਫੈਲੋਸ਼ਿਪ ਨਹੀਂ ਆਉਂਦੀ ਹੈ, ਤਾਂ ਉਹਨੂੰ ਆਲ ਦਾ ਵੇ ਦਿੱਲੀ ਆਉਣਾ ਪੈਂਦਾ ਹੈ। 12-12 ਫੁੱਟ ਦੀਆਂ ਦੀਵਾਰਾਂ ਹੈਗੀਆਂ ਨੇ, ਪਾਸ ਲੈ ਕੇ ਅੰਦਰ ਜਾਣਾ ਹੈਗਾ ਤੇ ਅੰਦਰ ਉਹਨੂੰ ਟਕਿਆ ਜਵਾਬ ਮਿਲ ਜਾਂਦਾ, ਦੇਖਦੇ ਆ। ਉਹ ਜਾ ਕੇ ਬਾਂਗਲਾ ਸਾਹਿਬ ਗੁਰਦੁਆਰੇ ਰੁਕਦਾ ਵਿਚਾਰਾ, ਕਿਉਂਕਿ ਪੈਸੇ ਨਹੀਂ ਹੁੰਦੇ ਉਹਦੇ ਕੋਲ, ਹੈ ਨਾ। ਉਹ ਹਫਤਾ ਕਰਕੇ ਉਹ ਫਿਰ ਥੱਕ ਹਾਰ ਕੇ ਵਾਪਸ ਜਾਂਦਾ ਰੋਂਦਾ ਹੋਇਆ, ਤੇ ਆਪਣੇ ਆਪ ਨੂੰ ਡ੍ਰੌਪ ਆਊਟ ਕਰ ਲੈਂਦਾ। ਠੀਕ ਹੈ ਨਾ। ਇਹ ਕਿੰਨੇ ਹੀ ਵਿਦਿਆਰਥੀਆਂ ਨਾਲ ਹੋਇਆ। ਅਸੀਂ 5 ਸਾਲ ਲਗਭਗ ਜਿਹੜਾ ਹੈਗਾ ਦਲਿਤ ਆਦੀਵਾਸੀ ਸਟੂਡੈਂਟ ਹੈਲਪਲਾਈਨ ਚਲਾਈ ਹੈ ਹਾਇਰ ਐਜੂਕੇਸ਼ਨ ਦੇ ਵਿਦਿਆਰਥੀਆਂ ਦੇ ਲਈ। ਬਹੁਤ ਫੋਨ ਆਉਂਦੇ ਸੀਗੇ, ਲੇਕਿਨ ਸਾਡੇ ਵੀ ਹੱਥ, ਅਸੀਂ ਆਪਣੇ ਆਪ 'ਚ ਕੋਈ ਪਿਊਨਿਟਿਵ ਅਥਾਰਟੀ ਤਾਂ ਨਹੀਂ ਹੈ, ਪਾਵਰ ਤਾਂ ਹੈ ਨਹੀਂ ਗੇ, ਲੇਕਿਨ ਕੋਸ਼ਿਸ਼ ਕਰਦੇ ਸੀਗੇ ਜਾ ਕੇ UGC ਜਾਈਏ, ਚਾਹੇ MHRD ਜਾਈਏ, ਉਹਨਾਂ ਨੂੰ ਕਹੀਏ ਵੀ ਇਹ ਕਿਸ ਵਜ੍ਹਾ ਕਰਕੇ ਰੋਕਿਆ ਹੋਇਆ। ਲੋਕ ਆਪਣੀ ਭਾਸ਼ਾ ਤੋਂ ਬਿਨਾਂ ਕਿਸੇ ਹੋਰ ਭਾਸ਼ਾ 'ਚ ਗੱਲ ਤੱਕ ਨਹੀਂ ਕਰ ਸਕਦੇ ਸੀਗੇ। ਤਾਂ ਜਿਵੇਂ ਬੰਗਾਲ ਦਾ ਹੈਗਾ, ਉਹ ਕਿਸੇ ਟਰਾਂਸਲੇਟਰ ਨੇ ਮੈਨੂੰ ਫੋਨ ਕੀਤਾ। ਠੀਕ ਹੈ, ਇਹ ਬਿਲਕੁਲ ਮੱਧ ਪ੍ਰਦੇਸ਼ ਦਾ ਇੱਕ ਟੋਟਲ ਜਿਹੜਾ ਹੈਗਾ ਉਹ ਬਲਾਈਂਡ ਫੈਮਿਲੀ ਹੈ, ਟੋਟਲੀ ਸਾਰੇ ਬਲਾਈਂਡ ਨੇ ਉਹਦੇ 'ਚ। ਉਹ ਸਾਰੇ ਬਹੁਤ ਪੜ੍ਹ ਲਿਖ ਰਹੇ ਸੀਗੇ। ਉਹਨਾਂ ਦਾ ਇਸ ਗੱਲ ਦੇ ਲਈ ਹਰਾਸ ਕੀਤਾ ਵਾ ਸੀ ਉਹਨਾਂ ਨੂੰ, ਕਿਉਂਕਿ ਦਲਿਤ ਫੈਮਿਲੀ ਵੀ ਸੀ ਤੇ ਉਤੋਂ ਦੀ ਇੰਨੇ ਕੱਪੜੇ ਨੇ, ਮੈਂ ਕੀ ਦੱਸਾਂ ਤੁਹਾਨੂੰ, ਹੈ ਨਾ। ਉਹ ਜਦੋਂ ਜਿੱਥੋਂ ਦੀ ਫੰਡ ਨੇ ਚੱਲਣਾ ਹੁੰਦਾ ਤੇ ਜਦੋਂ ਵਿਦਿਆਰਥੀ ਦੇ ਉਹਨੇ ਜਾਣਾ ਹੁੰਦਾ, ਇਸ ਦੌਰਾਨ ਜੋ ਹੈਗਾ ਉਹ ਇੰਨਾ ਗੁਪਤ ਤਰੀਕੇ ਦੇ ਨਾਲ ਚੱਲਦਾ ਹੈਗਾ ਕਿ ਮਤਲਬ ਪੰਜਾਬ ਦੇ ਇਹਨਾਂ ਨੇ ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਦੇ, ਮੈਂ ਕਾਫੀ ਸਾਲਾਂ ਤੋਂ ਜੁੜਿਆ ਹੋਇਆ ਇਹਨਾਂ ਨਾਲ, 10-12 ਸਾਲ ਹੋ ਗਏ, ਇਸ ਤੋਂ ਵੀ ਜ਼ਿਆਦਾ ਹੋ ਗਏ। ਅਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਤੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ, ਮੇਰੇ ਦੋਸਤ ਨੇ ਰਾਜੇਸ਼, ਉਹ ਇੰਨੀ ਜ਼ਿਆਦਾ ਮਤਲਬ ਉਹਦੇ 'ਚ ਘੁਟਾਲੇ ਹੈਗੇ ਨੇ ਉਹ, ਲੇਕਿਨ ਖੈਰ ਉਹ ਫਿਰ ਵੀ ਜਿਹੜਾ ਪੈਸਾ ਹੈਗਾ ਉਹ ਆਇਆ ਪੈਸਾ ਆਉਂਦਾ। ਫਿਰ ਉਸ ਤੋਂ ਬਾਅਦ ਲੇਕਿਨ ਬੜੀ ਹੈਰਾਨੀ ਦੀ ਗੱਲ ਹੈ ਕਿ ਨਕਲੀ ਐਡਮਿਸ਼ਨਾਂ ਕਰਾ ਦਿੱਤੀਆਂ ਜਾਂਦੀਆਂ, ਨਕਲੀ ਨਾਮ, ਕਿਉਂਕਿ ਇੰਸਟੀਚਿਊਟਾਂ ਦੀ ਵੀ ਸਿੱਧੇ ਤੌਰ ਤੇ ਸ਼ਮੂਲੀਅਤ ਹੁੰਦੀ ਹੈ। ਆਪਣੇ ਤੌਰ ਤੇ ਵਿਦਿਆਰਥੀਆਂ ਦੇ ਨਾਮ ਤੇ
ਉਹ ਪਤਾ ਨਹੀਂ ਕਿੰਨੇ ਪੈਸੇ ਆਉਂਦੇ ਨੇ, ਵਿਦਿਆਰਥੀ ਹੁੰਦੇ ਨਹੀਂ ਕਾਲਜ ਦੇ ਵਿੱਚ ਤਾਂ ਉਹ ਪੈਸਾ ਗਬਨ ਕਰ ਲੈਂਦੇ ਨੇ। ਸਾਨੂੰ ਜਿਹੜਾ ਹੈਗਾ ਜਿਹੜੇ ਪ੍ਰਾਈਵੇਟ ਕਾਲਜਿਸ ਹੈਗੇ ਨੇ, ਮੈਨੂੰ ਕਈ ਵਾਰੀ ਉਹਨਾਂ ਨੇ ਅਪਰੋਚ ਕੀਤਾ, ਪੁਰਾਣੀ ਸਮੇਂ ਦੀ ਗੱਲ ਹੈ। ਉਹ ਕਹਿੰਦੇ ਅਸੀਂ ਨਾ ਦਲਿਤ ਵਿਦਿਆਰਥੀਆਂ ਲੈਣਾ ਚਾਹੁੰਦੇ ਹਾਂ, ਠੀਕ ਹੈ। ਤਾਂ ਇੱਕ ਬਹੁਤ ਵੱਡਾ ਸਕੈਮ ਹੈਗਾ, ਤੁਸੀਂ ਸਹੀ ਗੱਲ ਆਖੀ ਹੈ। ਤਾਂ ਉਹਨਾਂ ਨੇ ਸਰਕਾਰ ਤੋਂ ਪੈਸੇ ਲੈ ਲੈਣੇ ਹੁੰਦੇ ਨੇ। ਇੱਧਰ ਜਿਹੜਾ ਹੈਗਾ ਕੋਈ ਮਤਲਬ ਹੁੰਦਾ ਨਹੀਂ ਹੈਗਾ, ਲੇਕਿਨ ਹਾਂ ਸਟਾਰਟਿੰਗ ਦੇ ਵਿੱਚ ਉਹ ਐਡਮਿਸ਼ਨ ਕਰਾ ਦਿੰਦੇ ਨੇ, ਲੇਕਿਨ ਉਹ ਬਾਅਦ ਚ ਡਰੌਪ ਆਊਟ ਕਰ ਜਾਂਦੇ ਨੇ ਬੱਚੇ, ਤੇ ਉਸ ਤੋਂ ਬਾਅਦ ਉਹ ਉਹਨਾਂ ਨੂੰ ਅਪਡੇਟ ਨਹੀਂ ਕਰਦੇ ਨੇ ਕਿ ਇਹ ਬੱਚੇ ਚਲੇ ਗਏ ਨੇ। ਤਾਂ ਉਹ ਇਸ ਤਰ੍ਹਾਂ ਦਾ ਬਹੁਤ ਚੱਲਦਾ, ਤੇ ਪੂਰੇ ਦੇਸ਼ 'ਚ ਚੱਲਦਾ ਹੈ। ਤੁਹਾਡੀ ਸਹੀ ਗੱਲ ਹੈ। ਬਿਲਕੁਲ। ਵੈਸੇ ਇਸ ਵੇਲੇ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਸਿਸਟਮ ਹੀ ਸਾਰਾ ਕਰਪਟ ਹੋ ਗਿਆ ਹੋਵੇ, ਜਿੱਥੇ ਸਰਕਾਰਾਂ ਹੀ ਇਹ ਸਾਰੀਆਂ ਚੀਜ਼ਾਂ ਕਰਵਾ ਰਹੀਆਂ, ਹੁਣ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਇੱਕ ਮਨੋਵਾਦੀ ਸੋਚ ਕੰਮ ਕਰਦੀ ਹੈਗੀ ਹੈ, ਉੱਥੇ ਵੀ ਵਿਕਲਪ ਕੀ ਹੈਗਾ? ਕਿ ਕਿਉਂਕਿ ਅਸੀਂ ਜਦੋਂ ਇਤਿਹਾਸ ਨੂੰ ਖੰਗਾਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਹੁਤ ਵੱਡੀਆਂ ਮਾਸ ਮੂਵਮੈਂਟ ਚੱਲੀਆਂ ਨੇ, ਐਸੀ ਖਾਸ ਕਰਕੇ ਐਸੀ ਆਗੂਆਂ ਦੇ ਵੱਲੋਂ ਬਹੁਤ ਸਾਰੇ ਵੱਡੇ ਪੱਧਰ ਤੇ ਇਦਾਂ ਦੇ ਅੰਦੋਲਨ ਵੀ ਚੱਲੇ ਨੇ ਜਿਹੜੇ ਉਚੇਚੇ ਤੌਰ ਤੇ ਇਸੇ ਆਧਾਰ ਤੇ ਚੱਲੇ ਸੀ ਕਿ ਇਹਨਾਂ ਦੇ ਹੱਕ ਜਿਹੜੇ ਹੈ ਉਹ ਕੁਚਲੇ ਨਾ ਜਾਣ। ਜਿਹੜੀਆਂ ਹੁਕੂਮਤਾਂ ਉਹਨਾਂ ਦੇ ਮੋਹਰੇ ਝੁਕੀਆਂ ਵੀ। ਲੱਗਦਾ ਕਿ ਇਸ ਵੇਲੇ ਵੀ ਉਹੀ ਡਿਮਾਂਡ ਹੈਗੀ ਹੈ, ਸਮੇਂ ਦੀ ਮੰਗ ਹੈਗੀ ਹੈ ਕਿ ਹੁਣ ਸਮਾਂ ਆ ਗਿਆ ਕਿ ਮਾਸ ਮੂਵਮੈਂਟ ਦੁਬਾਰਾ ਬਣਾਈ ਜਾਵੇ, ਕਿਉਂਕਿ ਪਾਵਰ ਦੇ ਵਿੱਚ ਜਿਹੜੀ ਧਿਰ ਹੈ ਉਹਦੇ ਤੇ ਤਾਂ ਉੱਪਰ ਕੋਈ ਅਸਰ ਹੋ ਨਹੀਂ ਰਿਹਾ ਉਸ ਤਰੀਕੇ। ਮਾਸ ਮੂਵਮੈਂਟ ਤਾਂ ਐਕਚੁਅਲੀ ਸ਼ੁਰੂ ਤੋਂ ਹੀ ਚੱਲਦੀਆਂ ਆ ਰਹੀਆਂ ਨੇ, ਠੀਕ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਜਿੰਨੇ ਵੀ ਪਾਉਣ ਤੋਂ ਇਨਕਾਰ ਕਰ ਦਿੱਤਾ ਸੀਗਾ, ਮੈਨੂੰ ਲੱਗਦਾ ਪੰਜਾਬ ਦੇ ਸੰਦਰਭ ਜੇ ਮੈਂ ਗੱਲ ਕਰਾਂ ਤਾਂ ਇਹ ਤਾਂ ਉਦੋਂ ਦੀ ਚੱਲ ਰਹੀਆਂ ਮੂਵਮੈਂਟਸ, ਤਾਂ ਕਦੇ ਖਤਮ ਨਹੀਂ ਹੁੰਦੀਆਂ ਹੈਗੀਆਂ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਇਹ ਸਮੇਂ ਦੀ ਜਿਹੜੀ ਸਰਕਾਰਾਂ ਹੈਗੀਆਂ ਨੇ ਬਹੁਤ ਅਪਡੇਟਡ ਹੈਗੀਆਂ ਨੇ ਹੁਣ ਅੱਜ ਦੀ ਡੇਟ 'ਚ, ਕਿਉਂਕਿ ਜਿੰਨੀ ਵੀ ਟੈਕਨੋਲੋਜੀ ਹੈ, ਜਿੰਨੀ ਉਹਦੇ ਜਿਹੜੇ ਅਸਲੀ ਜਿਹੜੇ ਯੂਜ਼ਰਸ ਹੈਗੇ ਨੇ ਤੇ ਕੰਟਰੋਲਰ ਹੈਗੇ ਨੇ, ਉਹ ਵੀ ਇਹੀ ਸਰਕਾਰਾਂ ਨੇ, ਠੀਕ ਹੈ ਨਾ। ਤਾਂ ਇਸ ਕਰਕੇ, ਲੇਕਿਨ ਤੁਸੀਂ ਇਹ ਜਿਹੜਾ ਕਿਹਾ ਕਿ ਹੁਣ ਮਤਲਬ ਐਜ਼ ਏ ਇਹ ਤੋਂ ਬਾਹਰ ਕਿਵੇਂ ਨਿਕਲੀਏ, ਇਹਦਾ ਹੱਲ ਕੀ ਹੈ ਇਹਦਾ? ਮੈਨੂੰ ਲੱਗਦਾ ਕਿ ਹਰ ਇੱਕ ਸਟੇਟ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਆਪਣੀ ਤਾਕਤ ਹੁੰਦਾ। ਹਰ ਇੱਕ ਸਟੇਟ ਜਿਹੜਾ ਮੈਂ ਕਹਿ ਰਿਹਾ, ਪੰਜਾਬ ਤਾਂ ਮੈਂ ਦੇਸ਼ ਹੀ ਮੰਨਦਾ ਆਪਣਾ। ਤਾਂ ਫੈਡਰਲਿਜ਼ਮ ਦਾ ਆਉਣਾ ਬਹੁਤ ਜ਼ਰੂਰੀ ਹੈ। ਜਿਹੜੇ ਰਾਜਾਂ ਨੂੰ ਜਿਹੜੇ ਹੈਗੇ ਨੇ ਉਹਨਾਂ ਦੇ ਜਿਹੜੇ ਹੱਕ ਨੇ, ਉਹਨਾਂ ਨੂੰ ਆਪਣੇ ਫੈਸਲੇ ਲੈਣ ਦੇ ਹੱਕ ਹੋਣ, ਤਾਂ ਉਹ ਸੋਚ ਸਕੇ, ਤਾਂ ਕਿ ਉਹਨਾਂ ਦੇ ਜਿਹੜੇ CM ਹੋਣਗੇ, ਉਹ ਜੋ ਵੀ ਉੱਥੇ ਦੇ ਹੈ ਪ੍ਰਣਾਲੀ ਜਿਹੜੀ ਵਿਵਸਥਾ ਹੋਏਗੀ, ਉਹ ਇੱਥੇ ਦੀ ਜਿਹੜੀ ਮੂਵਮੈਂਟਸ ਹੈਗੀਆਂ ਉਹਨਾਂ ਨੂੰ ਪਤਾ ਹੋਏਗਾ ਕਿ ਇਹਨਾਂ ਦੇ ਹੱਥ 'ਚ ਪਾਵਰ ਹੈਗੀ ਹੈ। ਤਾਂ ਫਿਰ ਉਹ ਜਿਹੜੇ ਹੈਗੇ ਨੇ, ਉਹ ਜਿਹੜੇ ਆਪਸ ਦੇ ਵਿੱਚ ਡਾਇਲੋਗ ਹੋਣਗੇ ਜਾਂ ਡਿਬੇਟ ਹੋਣਗੇ ਜਾਂ ਸਟਰਗਲਸ ਵੀ ਹੋਣਗੇ, ਉਹਨਾਂ ਦਾ ਕੁਝ ਨਤੀਜਾ ਨਿਕਲੇਗਾ। ਤਾਂ ਫੈਡਰਲਿਜ਼ਮ ਐਜ਼ ਆਫ ਨਾਓ ਇਜ਼ ਮੋਸਟ ਇੰਪੋਰਟੈਂਟ ਥਿੰਗ, ਵਨ ਥਿੰਗ। ਸੈਕਿੰਡ ਥਿੰਗ ਇਜ਼, ਇਹ ਮੈਂ ਹਰ ਇੱਕ ਦੇ ਲਈ ਗੱਲ ਕਰ ਰਿਹਾ, ਕਿਉਂਕਿ 85% ਦੀ ਤਾਂ ਜਿਹੜੇ 85% ਤਾਂ ਇੱਥੇ ਬਹੁਜਨ ਹੀ ਹੈਗਾ, ਹੈ ਨਾ। ਬਹੁਤ ਚੰਦ ਲੋਕ ਨੇ ਜਿਹੜੇ ਉੱਪਰ ਬੈਠੇ ਨੇ, ਹੈ ਨਾ। ਤਾਂ ਇੱਕ ਤਾਂ ਫੈਡਰਲਿਜ਼ਮ ਦਾ ਆਉਣਾ ਬਹੁਤ ਜ਼ਰੂਰੀ। ਦੂਜਾ ਜਿਹੜਾ ਹੈਗਾ, ਇਹ ਫਸਟ ਪਾਸ ਦਾ ਪੋਲ ਸਿਸਟਮ ਸਾਡਾ ਹੈ ਨਹੀਂਗਾ। ਜਿਹੜਾ ਇਲੈਕਟੋਰਲ ਸਿਸਟਮ ਹੈਗਾ, ਇਹ ਬਹੁਤ ਹੀ ਬੇਕਾਰ ਹੈ। ਜਿੰਨੇ ਵੀ ਡਿਵੈਲਪ ਕੰਟਰੀਜ਼ ਹੈਗੀਆਂ ਨੇ, ਉੱਥੇ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਦਾ ਹੈਗਾ। ਇੱਥੇ ਪੰਜਾਬ ਦੇ ਵਿੱਚ ਹੀ ਸ਼ਡਿਊਲ ਕਾਸਟ ਦੇ ਵਿੱਚ 39 ਜਾਤਾਂ ਹੈਗੀਆਂ। ਮੈਂ ਖੁਦ ਉਹਨਾਂ 'ਚੋਂ ਆਉਣਾ ਹੈਗਾ, ਆਈ ਐਮ ਵਨ ਅਮੰਗ ਦੈਮ, ਲੇਕਿਨ ਮੈਂ ਸਾਰਿਆਂ ਨੂੰ ਨਹੀਂ ਜਾਣਦਾ। ਆਈ ਡਿਡ ਨਾਟ ਕਮ ਅਕ੍ਰੋਸ, ਹੈ ਨਾ। ਮੈਂ ਬਾਕੀਆਂ ਨੂੰ ਨਹੀਂ ਮਿਲਿਆ, ਤਾਂ ਮੈਨੂੰ ਨਹੀਂ ਪਤਾ ਹੈਗਾ ਉਹਨਾਂ ਦਾ ਕੀ ਸਟੇਟਸ ਹੈ, ਕੀ ਨਹੀਂ ਹੈ। ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਇਹ ਐਨਸ਼ੋਰ ਕਰਦਾ ਹੈਗਾ ਕਿ ਸਾਰਿਆਂ ਦੀ ਗੱਲ ਸੁਣੀ ਜਾਵੇ, ਸਾਰਿਆਂ ਦਾ ਹੋਵੇ। ਤਾਂ ਫਿਰ ਉਹ ਅੰਦੋਲਨ ਦੇ ਵਿੱਚ ਵੀ ਕੁਝ ਹੀ ਜਾਤਾਂ ਨਹੀਂ ਰਹਿ ਜਾਂਦੀਆਂ, ਵੱਡੀਆਂ ਸਾਰੀਆਂ ਜਾਤਾਂ ਦੀ ਸ਼ਮੂਲੀਅਤ ਹੁੰਦੀ ਹੈ, ਤਾਂ ਸੰਘਰਸ਼ ਜਿਹੜਾ ਹੈਗਾ ਉਹ ਹੋਰ ਜ਼ਿਆਦਾ ਵੱਡਾ ਹੁੰਦਾ। ਤੀਸਰੀ ਜਿਹੜੀ ਚੀਜ਼ ਹੈਗੀ ਹੈ, ਮੈਨੂੰ ਲੱਗਦਾ ਕਿ ਇਹ ਜਿਹੜਾ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ, ਉਹ ਫਿਰ ਲੇਕਿਨ ਫੈਡਰਲਿਜ਼ਮ ਨਾਲ ਹੀ ਜੁੜਿਆ ਹੋਇਆ ਹੈ। ਤਾਂ ਹਰ ਇੱਕ ਸਟੇਟ ਦਾ ਜਿਹੜਾ ਇੱਕ ਆਪਣਾ ਜਿਹੜਾ ਫੰਕਸ਼ਨ ਹੁੰਦਾ, ਹਰ ਇੱਕ ਸਟੇਟ ਜਿਹੜਾ ਆਪਣਾ ਇਤਿਹਾਸ ਹੁੰਦਾ। ਜਿਵੇਂ ਇੱਥੇ ਸਾਡੇ ਗੁਰਾਂ ਦਾ ਇਤਿਹਾਸ ਹੈ, ਬਹੁਤ ਲੰਮੀ ਸਟਰਗਲਸ ਹੈਗੀਆਂ ਨੇ। ਉਹਨੂੰ ਜਿਹੜਾ ਹੈਗਾ ਹਰ ਇੱਕ ਸਟੇਟ ਆਪਣੇ ਨੂੰ ਆਇਡੈਂਟੀਫਾਈ ਕਰਕੇ ਉਹਨੂੰ ਜਿਹੜਾ ਹੈਗਾ ਸਾਹਮਣੇ ਇੰਪਲੀਮੈਂਟ ਕਰੇ। ਨਹੀਂ ਤਾਂ ਇੱਥੇ ਕੀ ਹੈ ਕਿ ਇੱਥੇ ਟੀਚਰ ਜਿਹੜੇ ਹੈਗੇ ਨੇ, ਸਾਇੰਸ ਦੇ ਟੀਚਰ ਹੈਗੇ ਨੇ, ਸਾਇੰਸ ਦੇ ਟੀਚਰ ਸਾਇੰਸ ਵੀ ਪੜ੍ਹਾਉਂਦੇ ਨੇ, ਤੇ ਘਰੇ ਜਾ ਕੇ ਆਪਣੇ ਉਹ ਵੀ ਕਰਦੇ ਨੇ, ਹੈ ਨਾ। ਮਤਲਬ ਅੰਧ ਵਿਸ਼ਵਾਸਾਂ ਦਾ ਵੀ ਪੂਰਾ ਉਹ ਕਰਦੇ ਨੇ, ਹੈ ਨਾ। ਕਰਵਾ ਚੌਥ ਹੋ ਗਿਆ, ਬਾਕੀ ਸਾਰੀ ਚੀਜ਼ਾਂ ਹੈਗੀਆਂ ਨਾ, ਇਹ ਵੀ ਕਰਦੇ ਨੇ। ਫਿਰ ਇਸ ਤਰ੍ਹਾਂ ਦੀ ਜੇਕਰ ਸਾਡੇ ਟੀਚਰ ਜੇਕਰ ਸਾਨੂੰ ਇਸ ਤਰ੍ਹਾਂ ਦੇ ਮਿਲਣਗੇ, ਠੀਕ ਹੈ, ਤਾਂ ਅੱਗੇ ਉਹ ਕੀ ਤਿਆਰ ਹੋਣਗੇ। ਜੇਕਰ ਅਸੀਂ, ਜਿੰਨੀ ਮੇਰੀ ਅਵੇਅਰਨੈਸ ਹੈਗੀ ਹੈ, ਤੁਸੀਂ ਯਕੀਨ ਕਰੋ, ਚਲੋ ਮੇਰੇ ਸਮੇਂ ਦੇ ਵਿੱਚ ਪੰਜਾਬੀ ਗਵਰਨਮੈਂਟ ਸਕੂਲਾਂ ਦੀ ਜਿਹੜੀ ਹਾਲਤ ਇੰਨੀ ਗੰਭੀਰ ਨਹੀਂ ਸੀਗੀ ਜਦੋਂ ਮੈਂ ਪੜ੍ਹਦਾ ਸੀਗਾ। ਲੇਕਿਨ ਫਿਰ ਵੀ ਜਿਹੜਾ ਹੈਗਾ, ਮੈਂ ਕਹਿੰਦਾ ਕਿ ਜਿਹੜੀ ਅਸੀਂ ਮੂਵਮੈਂਟ ਦੀ ਜਿਹੜੀ ਉਹ ਲਿੱਤੀ ਹੈ, ਸਮਝ ਲਿੱਤੀ ਹੈ, ਜਾਂ ਜਿਹੜੇ ਅਸੀਂ ਵਰਲਡ ਲੈਵਲ ਦੇ ਉੱਤੇ ਕੀਤਾ ਹੈ, ਇਹ ਅਸੀਂ ਆਪਣੇ ਦਮ ਤੇ ਲਿੱਤੀ ਹੈ। ਇਹ ਕਦੇ ਵੀ ਕਿਸੇ ਕੋਰਸ 'ਚ ਨਹੀਂ ਪੜ੍ਹਾਈ ਗਈ। ਤੇ ਇਹ ਕੋਰਸ ਜਿਹੜੇ ਹੈਗੇ ਨੇ ਕੀ ਪੈਦਾ ਕਰ ਰਹੇ ਨੇ, ਕਿ ਤੁਸੀਂ ਪੜ੍ਹ ਲਿਖ ਕੇ ਜਿਹੜਾ ਹੈਗਾ ਨਾ ਕੀ ਬਣਨਾ ਹੈ, ਇਨਸਾਨ ਨਹੀਂ ਬਣਨਾ ਹੈਗਾ, ਠੀਕ ਹੈ। ਤਾਂ ਜੇਕਰ ਮੈਨੂੰ ਉਹਨਾਂ ਨੇ ਉਹੀ ਹੈ ਦਿਮਾਗ 'ਚ ਵਾੜਨਾ ਹੈਗਾ, ਤਾਂ ਮੈਨੂੰ ਲੱਗਦਾ ਇਹ ਐਜੂਕੇਸ਼ਨ ਸਿਸਟਮ, ਲੇਕਿਨ
the hope should be ਕਿ ਫੈਡਰਲਿਜ਼ਮ ਇੱਥੇ ਹੋਵੇ, everybody should demand for a federalism ਕਿ ਸਟੇਟ ਕੋਲ ਵੱਧ ਤੋਂ ਵੱਧ ਤਾਕਤਾਂ ਹੋਣ। 75 ਦੀ ਐਮਰਜੈਂਸੀ ਤੋਂ ਬਾਅਦ ਜਿਹੜੀ ਤਾਕਤਾਂ ਫਰੀਜ਼ ਕਰ ਲਈਆਂ ਗਈਆਂ ਸੀਗੀਆਂ, ਖਾਸ ਤੌਰ ਤੇ ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਪਹਿਲਾਂ ਸਟੇਟ ਲਿਸਟ ਸੀਗੀ, ਫਿਰ ਕੰਕਰੈਂਟ ਲਿਸਟ ਪਾਈ ਹੁਣ ਉਹਨਾਂ ਨੇ, ਤੇ ਠੀਕ ਹੈ, ਤੇ ਹੁਣ ਜਿਹੜਾ ਹੈਗਾ ਉਹਨਾਂ ਨੇ ਇਹ ਆਪਣੇ ਹੱਥ 'ਚ ਕਰ ਲਿਆ ਹੈਗਾ, ਤੇ ਹੁਣ ਜਿਹੜੀ ਕਿਤਾਬਾਂ ਹੈਗੀਆਂ ਨੇ ਉਹ ਛਪਦੀਆਂ ਨੇ। ਮੈਂ ਕੱਲ੍ਹ ਹੀ ਦੇਖ ਰਿਹਾ ਸੀਗਾ ਕਿ ਇੱਕ ਟਾਈਮ ਸੀਗਾ ਜਦੋਂ ਇਹ ਯੂਨੀਵਰਸਿਟੀ ਬਣੀ ਸੀਗੀ, ਤਾਂ ਲੋਕਾਂ ਨੇ, ਆਪਣੇ ਪਿੰਡ ਦੇ ਲੋਕਾਂ ਨੇ ਰੁਪਈਆ ਦਿੱਤਾ ਹੈਗਾ ਤਾਂ ਇਹ ਯੂਨੀਵਰਸਿਟੀ ਬਣੀ ਹੈ। ਉਹਨਾਂ ਨੇ ਦਿੰਦੇ ਹੋਏ ਇਹ ਗੱਲ ਕਹੀ ਸੀ, ਕਿੰਨੀ ਅਵੇਅਰ ਸੁਸਾਇਟੀ ਸੀਗੀ ਸਾਡੀ ਇਹ ਪੰਜਾਬ ਦੀ। ਉਹਨਾਂ ਨੇ ਕਿਹਾ ਕਿ ਸਿਲੇਬਸ ਸਾਡਾ ਕਲਕੱਤੇ ਤੋਂ ਨਹੀਂ ਬਣ ਕੇ ਆਊਗਾ, ਉਸ ਟਾਈਮ ਕਲਕੱਤਾ ਹੁੰਦਾ ਸੀਗਾ, ਹੈ ਨਾ, ਤੇ ਅੱਜ ਦਿੱਲੀ ਤੋਂ ਬਣ ਕੇ ਆਉਂਦਾ ਹੈ ਹਰ ਇੱਕ ਦਾ, ਭਾਵੇਂ ਉਹ ਕਰਨਾਟਕਾ ਹੋਵੇ, ਭਾਵੇਂ ਜਿਹੜਾ ਮਰਜ਼ੀ ਹੋਵੇ। ਤਾਂ ਮੈਨੂੰ ਲੱਗਦਾ ਕਿ ਐਜੂਕੇਸ਼ਨ ਇਜ਼ ਦਾ ਕੀ, ਜੇਕਰ ਲੇਕਿਨ ਐਜੂਕੇਸ਼ਨ ਪ੍ਰੋਪਰ ਤਾਂ ਹੋਣੀ ਚਾਹੀਦੀ ਹੈ ਨਾ, ਤਾਂ ਉਹ ਬਹੁਤ ਜ਼ਰੂਰੀ ਹੈ। ਬਹੁਤ ਸ਼ੁਕਰੀਆ। ਸੋ ਇਸ ਨੇ ਗੁਰਿੰਦਰ ਆਜ਼ਾਦ ਬੜੇ ਬੇਬਾਕੀ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ, ਬੜੀਆਂ ਗੰਭੀਰ ਚੀਜ਼ਾਂ ਤੇ ਗੱਲਬਾਤ ਕੀਤੀ ਹੈ। ਕਿਸ ਤਰੀਕੇ ਨਾਲ ਐਸੇ ਵਿਦਿਆਰਥੀਆਂ ਨੂੰ ਮਜਬੂਰ ਕੀਤਾ ਜਾਂਦਾ ਰਿਹਾ ਕਿ ਉਹ ਇਹ ਮਹਿਸੂਸ ਕਰਨ ਕਿ ਉਹ ਨੀਵੇਂ ਨੇ, ਉਹਨਾਂ ਨੂੰ ਖੁਦਕੁਸ਼ੀ ਤੱਕ ਮਜਬੂਰ ਕੀਤਾ ਜਾਂਦਾ ਰਿਹਾ। ਰਿਸਰਚ ਕੀਤੀ, ਆਪਣੇ ਵੱਲੋਂ ਕਾਰਨ ਲੱਭੇ ਕਿ ਇਸ ਤਰੀਕੇ ਨਾਲ ਵਿਦਿਆਰਥੀਆਂ ਦੇ ਨਾਲ ਵਧੀਕੀਆਂ ਹੁੰਦੀਆਂ ਰਹੀਆਂ। ਅੱਜ ਵੀ ਇਹ ਵਧੀਕੀਆਂ ਲਗਾਤਾਰ ਜਾਰੀ ਨੇ, ਅੱਜ ਵੀ ਉਹਨਾਂ ਨੂੰ ਹੀਣਾ ਮਹਿਸੂਸ ਕਰਵਾਇਆ ਜਾ ਰਿਹਾ। ਬਹੁਤ ਸਾਰੀਆਂ ਚਿੰਤਾਵਾਂ ਨੇ ਕਿ ਸਾਡਾ ਐਜੂਕੇਸ਼ਨ ਸਿਸਟਮ ਕਿਸ ਤਰੀਕੇ ਨਾਲ ਚੱਲ ਰਿਹਾ, ਪਾਵਰ ਕਿਹਦੇ ਹੱਥ ਹੈਗੀ ਹੈ, ਸੂਬਿਆਂ ਦਾ ਅਧਿਕਾਰ ਹੋਣਾ ਚਾਹੀਦਾ ਹੈ, ਖੁਦ ਮੁਖਤਿਆਰੀ ਹੋਣੀ ਚਾਹੀਦੀ ਹੈ। ਆਖਰਕਾਰ ਐਜੂਕੇਸ਼ਨ ਜਿਹੜੀ ਹੈ, ਵਿਦਿਆ ਜਿਹੜੀ ਹੈਗੀ ਹੈ, ਉਹਦਾ ਅਧਿਕਾਰ ਹਰੇਕ ਵਰਗ ਦੇ ਵਿਦਿਆਰਥੀ ਨੂੰ ਹੈਗਾ। ਤਾਂ ਇਹ ਕਿਉਂ ਅਧਿਕਾਰ ਖੋਇਆ ਜਾ ਰਿਹਾ? ਕਿ ਉੱਪਰਲੀਆਂ ਤਾਕਤਾਂ ਡਰਦੀਆਂ ਨੇ ਜੇ ਇਹ ਵਿਦਿਆਰਥੀ ਪੜ੍ਹ ਲਿਖ ਗਏ, ਸਿੱਧੇ ਤੌਰ ਤੇ ਸਮਝਣ ਲੱਗ ਪਏ ਕਿ ਸਿਸਟਮ ਕਿਸ ਤਰੀਕੇ ਨਾਲ ਚੱਲ ਰਿਹਾ ਹੈਗਾ, ਤਾਕਤਾਂ ਕੀ ਕਰ ਰਹੀਆਂ ਨੇ, ਤਾਂ ਕੀ ਸਵਾਲ ਕਰਨਗੇ, ਕੀ ਉਹਨਾਂ ਸਵਾਲਾਂ ਤੋਂ ਡਰ ਰਹੇ ਨੇ? ਬਹੁਤ ਸਾਰੀਆਂ ਚੀਜ਼ਾਂ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।